ਅਫਸੀਆਂ ਦਾ ਖੱਤ ਉਸਦਾ 6 ਅਧਿਆਏ ਅਤੇ ਉਸਦੀ 14 ਆਇਤ ਤੋਂ ਲੈ ਕੇ ਅਸੀਂ ਉਸਦੀ 18 ਆਇਤ ਤੱਕ ਪੜ੍ਹਾਂਗੇ। ਅਤੇ ਅੱਜ ਦਾ ਜੋ ਵਚਨ ਹੈ ਉਹ ਅਸੀਂ ਦੇਖਦੇ ਹਾਂ ਕਿ ਇੱਕ ਜੋ ਮਸੀਹੀ ਪੋਸ਼ਾਕ ਹੈ ਜੋ ਕਿ ਆਤਮਿਕ ਵਸਤਰ ਹਨ, ਉਹਨਾਂ ਦਾ ਕੀ ਮਤਲਬ ਹੈ ਅਤੇ ਇਹ ਕੀ ਹਨ। ਅਤੇ ਅੱਜ ਅਸੀਂ ਗੱਲ ਕਰਦੇ ਹਾਂ ਦ ਬੈਲਟ ਆਫ ਟਰੂਥ, ਕਿ ਜੋ ਅਸੀਂ ਪੇਟੀ ਬੰਨ੍ਹਦੇ ਹਾਂ ਆਪਣੀ ਕਮਰ ਦੇ ਆਲੇ ਦੁਆਲੇ, ਇਹ ਚੀਜ਼ ਦਾ ਕੀ ਮਤਲਬ ਹੈ। ਅਸੀਂ ਪੜ੍ਹਦੇ ਹਾਂ ਅਫਸੀਆਂ ਦਾ ਖੱਤ ਉਸਦਾ 6 ਅਧਿਆਇ ਅਤੇ 14 ਆਇਤ। ਉਸ ਵਿੱਚ ਪੌਲੁਸ ਕਹਿੰਦਾ ਹੈ, ਇਸ ਲਈ ਮਜ਼ਬੂਤੀ ਨਾਲ ਖੜ੍ਹੇ ਰਹੋ ਅਤੇ ਆਪਣੀ ਕਮਰ ਦੇ ਦੁਆਲੇ ਸੱਚ ਦੀ ਪੇਟੀ ਬੰਨ੍ਹ ਲਵੋ ਅਤੇ ਆਪਣੀ ਛਾਤੀ ਉੱਤੇ ਸਹੀ ਜੀਵਨ ਦੀ ਰੱਖਿਆ ਪਾ ਲਵੋ। ਸ਼ਾਂਤੀ ਦੀ ਖੁਸ਼ਖਬਰੀ ਜਾਂ ਪ੍ਰਚਾਰ ਕਰਨ ਲਈ ਆਪਣੇ ਪੈਰਾਂ ਵਿੱਚ ਰਜ਼ਾਮੰਦੀ ਦੀ ਜੁੱਤੀ ਪਾ ਲਵੋ, ਜਿਸ ਨਾਲ ਤੁਸੀਂ ਮਜ਼ਬੂਤੀ ਨਾਲ ਖੜ੍ਹੇ ਹੋ ਸਕੋਗੇ ਅਤੇ ਵਿਸ਼ਵਾਸ ਦੀ ਢਾਲ ਦਾ ਵੀ ਇਸਤੇਮਾਲ ਕਰੋ। ਇਸ ਨਾਲ ਤੁਸੀਂ ਦੁਸ਼ਟ ਦੇ ਸਾਰੇ ਅਗਨੀ ਬਾਣਾਂ ਨੂੰ ਰੋਕ ਸਕਦੇ ਹੋ। ਪਰਮੇਸ਼ਰ ਦੀ ਮੁਕਤੀ ਦਾ ਟੋਪ ਪ੍ਰਾਪਤ ਕਰੋ ਅਤੇ ਆਤਮਾ ਦੀ ਤਲਵਾਰ ਫੜੋ। ਉਹ ਤਲਵਾਰ ਪਰਮੇਸ਼ਰ ਦੀ ਸਿੱਖਿਆ ਹੈ। ਹਮੇਸ਼ਾ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ। ਆਪਣੀ ਹਰ ਜ਼ਰੂਰਤ ਪੂਰੀ ਕਰਨ ਲਈ ਹਰ ਤਰ੍ਹਾਂ ਦੀਆਂ ਪ੍ਰਾਰਥਨਾਵਾਂ ਨਾਲ ਪ੍ਰਾਰਥਨਾਵਾਂ ਕਰੋ। ਤੁਹਾਨੂੰ ਇਹ ਹਰ ਸਮੇਂ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਹੌਸਲਾ ਨਾ ਗੁਆਵੋ। ਹਮੇਸ਼ਾ ਪਰਮੇਸ਼ਰ ਦੇ ਸਮੂਹ ਲੋਕਾਂ ਲਈ ਪ੍ਰਾਰਥਨਾਵਾਂ ਕਰੋ। ਅੱਜ ਅਸੀਂ ਗੱਲ ਕਰਦੇ ਹਾਂ ਬੈਲਟ ਆਫ ਟਰੂਥ ਦੀ, ਕਿ ਸੱਚ ਦੀ ਪੇਟੀ ਆਪਣੀ ਕਮਰ ਦੇ ਦੁਆਲੇ ਬੰਨ੍ਹ ਲਵੋ। ਹੁਣ ਅਸੀਂ 6 ਗੱਲਾਂ ਦੇਖਦੇ ਹਾਂ ਕਿ ਸੱਚ ਦੀ ਪੇਟੀ, ਦ ਬੈਲਟ ਆਫ ਟਰੂਥ। ਫਿਰ ਉਹ ਕਹਿੰਦਾ ਹੈ ਕਿ ਬ੍ਰੈਸਟ ਪਲੇਟ ਆਫ ਰਾਈਚਸਨੈਸ, ਕਿ ਆਪਣੇ ਸਰੀਰ ਨੂੰ ਇੱਕ ਢੱਕ ਲਵੋ। ਜਿਵੇਂ ਕਿ ਇੱਕ ਸਿਪਾਹੀ ਜਦੋਂ ਲੜਾਈ 'ਤੇ ਜਾਂਦਾ ਹੈ, ਯੁੱਧ 'ਤੇ ਜਾਂਦਾ ਹੈ, ਉਹ ਆਪਣੀ ਕਮਰ ਨੂੰ ਕੱਸ ਕੇ ਬੰਨ੍ਹਦਾ ਹੈ। ਉਹ ਆਪਣੇ ਸੀਨੇ ਉੱਤੇ ਢਾਲ ਪਾਉਂਦਾ ਹੈ ਜੋ ਕਿ ਮੈਟਲ ਦੀ ਹੁੰਦੀ ਹੈ ਜਾਂ ਇੱਕ ਬਹੁਤ ਹੀ ਮੋਟੇ ਕੱਪੜੇ ਦੀ ਹੁੰਦੀ ਹੈ, ਜਿਹਦੇ ਨਾਲ ਉਹ ਆਪਣੇ ਸਰੀਰ ਨੂੰ ਬਚਾ ਸਕਦਾ ਹੈ, ਤਲਵਾਰ ਦੇ ਵਾਰ ਤੋਂ ਬਚ ਸਕਦਾ ਹੈ। ਫਿਰ ਉਹ ਕਹਿੰਦਾ ਹੈ ਕਿ ਆਪਣੇ ਪੈਰਾਂ ਵਿੱਚ ਇੱਕ ਖੁਸ਼ਖਬਰੀ ਦਾ ਪ੍ਰਚਾਰ ਵਾਲਾ ਕਿ ਇੱਕ ਤੁਸੀਂ ਜੁੱਤੀ ਪਾ ਲਵੋ। ਫਿਰ ਉਹ ਕਹਿੰਦਾ ਹੈ ਕਿ ਉਹ ਜੁੱਤੀ ਨਾਲ ਤੁਸੀਂ ਚੰਗੀ ਤਰ੍ਹਾਂ ਖੜ ਸਕੋਗੇ। ਜਿਵੇਂ ਕਿ ਸਿਪਾਹੀ ਆਪਣੇ ਜੁੱਤੇ ਪਾਉਂਦੇ ਹਨ, ਆਪਣੇ ਪੈਰਾਂ ਨੂੰ ਬਚਾਉਂਦੇ ਹਨ ਅਤੇ ਉਹ ਲੜਾਈ 'ਤੇ ਜਾਂਦੇ ਹਨ ਤਾਂ ਕਿ ਉਹ ਸਥਿਰ ਖੜ੍ਹੇ ਹੋ ਸਕਣ। ਫਿਰ ਉਹ ਕਹਿੰਦਾ ਹੈ ਕਿ ਤੁਸੀਂ ਵਿਸ਼ਵਾਸ ਦੀ ਢਾਲ, ਹੁਣ ਜਿਵੇਂ ਇੱਕ ਸਿਪਾਹੀ ਦੇ ਕੋਲ ਢਾਲ ਹੁੰਦੀ ਹੈ, ਉਹ ਢਾਲ ਨਾਲ ਉਹ ਆਪਣੇ ਆਪ ਨੂੰ ਬਚਾਉਂਦਾ ਹੈ, ਬਾਣਾਂ ਤੋਂ ਜਾਂ ਹੋਰ ਕਈ ਚੀਜ਼ਾਂ ਤੋਂ ਆਪਣੇ ਆਪ ਨੂੰ ਬਚਾਉਂਦਾ ਹੈ ਉਹਦੇ ਪਿੱਛੇ ਲੁੱਕ ਕੇ। ਅਤੇ ਪਰਮੇਸ਼ਰ ਦੀ ਮੁਕਤੀ ਦਾ ਟੋਪ, ਜੋ ਕਿ ਇੱਕ ਮੁਕਟ ਹੁੰਦਾ ਹੈ ਜਾਂ ਇੱਕ ਹੈਲਮਟ ਹੁੰਦਾ ਹੈ, ਦ ਹੈਲਮਟ ਆਫ ਸਾਲਵੇਸ਼ਨ ਉਹਨੂੰ ਇੰਗਲਿਸ਼ 'ਚ ਕਹਿੰਦੇ ਆ, ਉਹ ਆਪਣੇ 'ਤੇ ਪਾ ਲਓ। ਫਿਰ ਉਹ ਕਹਿੰਦਾ ਹੈ ਕਿ ਤੁਸੀਂ ਸੱਚ ਦੀ ਤਲਵਾਰ ਫੜੋ ਅਤੇ ਇਹਨਾਂ ਚੀਜ਼ਾਂ ਨੂੰ ਇਸਤੇਮਾਲ ਕਰੋ ਅਤੇ ਹਮੇਸ਼ਾ ਪ੍ਰਾਰਥਨਾ ਕਰਦੇ ਰਹੋ। ਅਸੀਂ ਹੁਣ ਇਹ 6 ਗੱਲਾਂ ਦੇਖੀਆਂ ਹਨ ਕਿ ਇਹ ਚੀਜ਼ਾਂ ਦਾ ਹੋਣਾ ਸਾਡੀ ਜ਼ਿੰਦਗੀ 'ਚ ਜ਼ਰੂਰੀ ਹੈ। ਕਿਉਂਕਿ ਸਾਡਾ ਜੋ ਸ਼ਤਰੂ ਹੈ ਸ਼ੈਤਾਨ, ਉਹ ਸਾਨੂੰ ਹਮੇਸ਼ਾ ਹੀ ਤਾੜਦਾ ਹੈ, ਉਹ ਹਮੇਸ਼ਾ ਸਾਨੂੰ ਅਟੈਕ ਕਰਦਾ ਹੈ, ਉਹ ਹਮੇਸ਼ਾ ਚਾਹੁੰਦਾ ਹੈ ਕਿ ਅਸੀਂ ਪ੍ਰਭੂ ਤੋਂ ਦੂਰ ਹੋ ਜਾਈਏ। ਅਤੇ ਪੌਲੁਸ ਕਹਿੰਦਾ ਹੈ ਕਿ ਸਾਨੂੰ ਉਹਦੀਆਂ ਚਾਲਾਂ ਤੋਂ ਵਾਕਿਫ ਹੋਣਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਪ੍ਰਭੂ ਦੇ ਵਿੱਚ ਦ੍ਰਿੜ ਰੱਖਣਾ ਚਾਹੀਦਾ ਹੈ। ਜੇ ਅਸੀਂ ਆਪਣੇ ਆਪ ਨੂੰ ਦ੍ਰਿੜ ਨਹੀਂ ਰੱਖਾਂਗੇ, ਜੇ ਸਾਡੀ ਜ਼ਿੰਦਗੀਆਂ ਵਿੱਚ ਇਹ ਗੱਲਾਂ ਨਹੀਂ ਹੋਣਗੀਆਂ, ਤਾਂ ਫਿਰ ਕਿਤੇ ਨਾ ਕਿਤੇ ਅਸੀਂ ਬੈਕਸਲਾਈਡ ਹੋ ਸਕਦੇ ਹਾਂ, ਸ਼ੈਤਾਨ ਦੇ ਝੂਠਾਂ 'ਚ ਫਸ ਸਕਦੇ ਹਾਂ। ਅਤੇ ਇਹ ਜੋ ਲੜਾਈ ਹੈ, ਇਹ ਅਗੇਨ ਇਹ ਸੱਚ ਅਤੇ ਝੂਠ ਦੀ ਲੜਾਈ ਹੈ। ਇਹ ਕੋਈ ਮਾਰਨ ਕੁੱਟਣ ਵਾਲੀ ਲੜਾਈ ਨਹੀਂ ਹੈ, ਇਹ ਇੱਕ ਆਤਮਿਕ ਲੜਾਈ ਹੈ ਜੋ ਕਿ ਇਸ ਸੰਸਾਰ 'ਚ ਅੱਜ ਹੋ ਰਹੀ ਹੈ। ਜੇ ਅਸੀਂ ਦੇਖਦੇ ਹਾਂ, ਅਸੀਂ ਆਪਣੇ ਆਲੇ ਦੁਆਲੇ ਦੀਆਂ ਗੱਲਾਂ ਨੂੰ ਦੇਖੀਏ ਜੇ, ਅਤੇ ਅਸੀਂ ਦੇਖਦੇ ਹਾਂ ਕਿ ਕਿਵੇਂ ਸ਼ੈਤਾਨ ਨੇ ਪੂਰੀ ਦੁਨੀਆ ਨੂੰ ਝੂਠ 'ਚ ਜਕੜਿਆ ਹੋਇਆ ਹੈ। ਧਰਮ ਦੇ ਨਾਂ 'ਤੇ ਜਾਂ ਟੈਕਨੋਲੋਜੀ ਦੇ ਨਾਂ 'ਤੇ ਜਾਂ ਸਾਇੰਸ ਦੇ ਨਾਂ 'ਤੇ ਜਾਂ ਤਰਕ ਦੇ ਨਾਂ 'ਤੇ ਜਾਂ ਫੈਮਿਲੀ ਦੇ ਵਿੱਚ ਡਿਸਪਿਊਟ ਹੁੰਦੇ ਹਨ, ਲੋਕ ਹੰਕਾਰੀ ਹਨ ਜਾਂ ਲੋਕ ਪਾਪ ਕਰਦੇ ਹਨ। ਉਹ ਸਾਰੇ ਚੀਜ਼ਾਂ ਇਹਨਾਂ ਨੂੰ ਸ਼ੈਤਾਨ ਕੀ ਇਸਤੇਮਾਲ ਕਰਦਾ ਹੈ। ਪੈਸੇ ਦਾ ਲੋਭ, ਆਪਣਾ ਸੋਸ਼ਲ ਸਟੇਟਸ ਲੋਕਾਂ ਦੀ ਨਜ਼ਰਾਂ 'ਚ ਵਧੀਆ ਹੋਵੇ,
ਇਹ ਸਾਰੀਆਂ ਚੀਜ਼ਾਂ 'ਚ ਸ਼ੈਤਾਨ ਕਈ ਵਾਰੀ ਸਾਡੀ ਜ਼ਿੰਦਗੀ 'ਚ ਝੂਠ ਲੈ ਕੇ ਆਉਂਦਾ ਹੈ, ਅਤੇ ਜੇ ਅਸੀਂ ਇਹਨਾਂ ਗੱਲਾਂ 'ਚ ਫਸ ਗਏ ਤਾਂ ਫਿਰ ਸ਼ੈਤਾਨ ਕਿਤੇ ਨਾ ਕਿਤੇ ਜਿੱਤਦਾ ਹੈ। ਅਤੇ ਪ੍ਰਭੂ ਚਾਹੁੰਦਾ ਹੈ ਕਿ ਅਸੀਂ ਜਿਹੜਾ ਸਾਡਾ ਜੀਵਨ ਹੈ ਉਹ ਇੱਕ ਜੇਤੂ ਜੀਵਨ ਹੋਵੇ, ਉਹ ਇੱਕ ਹਾਰਿਆ ਹੋਇਆ ਜੀਵਨ ਨਾ ਹੋਵੇ। ਅਤੇ ਕਿਤੇ ਨਾ ਕਿਤੇ ਸਾਰੇ ਮਸੀਹ ਲੋਕ ਕਿਤੇ ਨਾ ਕਿਤੇ ਸਾਨੂੰ ਹਾਰ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਕਈ ਵਾਰੀ ਅਸੀਂ ਪਾਪ 'ਚ ਫਸ ਜਾਂਦੇ ਹਾਂ, ਕਈ ਵਾਰੀ ਅਸੀਂ ਆਪਣੇ ਹੰਕਾਰ 'ਚ ਫਸ ਜਾਂਦੇ ਹਾਂ, ਕਈ ਵਾਰੀ ਦੂਸਰੇ ਲੋਕ ਸਾਨੂੰ ਨੁਕਸਾਨ ਪਹੁੰਚਾਉਂਦੇ ਹਨ, ਜਾਂ ਕਈ ਵਾਰੀ ਸਾਡੇ ਕੋਲ ਗਲਤੀਆਂ ਹੁੰਦੀਆਂ ਹਨ, ਜਾਂ ਸਾਡੇ ਕੋਲ ਵੱਡੇ ਗੁਨਾਹ ਹੋ ਜਾਂਦੇ ਹਨ ਜਿਨ੍ਹਾਂ ਨਾਲ ਸਾਡੇ ਗੁਆਂਢੀਆਂ ਨੂੰ ਜਾਂ ਸਾਡੇ ਪਰਿਵਾਰ ਦੇ ਲੋਕਾਂ ਨੂੰ ਵੀ ਦੁੱਖ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁਆਇੰਟ ਇਹ ਹੈ ਕਿ ਇਹ ਜੋ ਸੰਸਾਰ ਦੇ ਵਿੱਚ ਯੁੱਧ ਚੱਲ ਰਿਹਾ ਹੈ, ਆਤਮਿਕ ਯੁੱਧ, ਅਤੇ ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਇਹਨਾਂ ਗੱਲਾਂ 'ਤੇ ਆਪਣਾ ਧਿਆਨ ਨਾ ਲਗਾਈਏ, ਅਸੀਂ ਖੁਦਾਵੰਦ ਦੀਆਂ ਗੱਲਾਂ ਤੋਂ ਦੂਰ ਹੋ ਜਾਈਏ। ਪਰ ਇੱਕ ਜੋ ਮਸੀਹੀ ਹੈ ਉਹਨੂੰ ਚਾਹੀਦਾ ਹੈ ਕਿ ਉਹ ਗੱਲਾਂ ਨੂੰ ਧਿਆਨ ਰੱਖਣ, ਅਤੇ ਜੋ ਪ੍ਰਭੂ ਨਾਲ ਲੋਕ ਚੱਲਦੇ ਹਨ। ਮੈਂ ਕਈ ਵਾਰ ਕਹਿੰਦਾ ਹੁੰਦਾ ਕਿ ਮਸੀਹੀ ਅਸੀਂ ਜਨਮ ਤੋਂ ਨਹੀਂ ਹੁੰਦੇ, ਕੋਈ ਵੀ ਇਨਸਾਨ ਜਨਮ ਤੋਂ ਮਸੀਹ ਨਹੀਂ ਹੋ ਸਕਦਾ ਹੈ। ਮਸੀਹ ਚਾਹੇ ਤੁਹਾਡਾ ਜਨਮ ਮਸੀਹ ਦੇ ਘਰ ਵਿੱਚ ਹੋਇਆ ਹੈ, ਮਸੀਹੀ ਲੋਕਾਂ ਦੇ ਚਾਹੇ ਨਹੀਂ, ਸਾਨੂੰ ਸਾਰਿਆਂ ਨੂੰ ਤੌਬਾ ਕਰਨ ਦੀ ਲੋੜ ਹੁੰਦੀ ਹੈ, ਅਤੇ ਸਾਨੂੰ ਸਾਰਿਆਂ ਨੂੰ ਪ੍ਰਭੂ 'ਤੇ ਵਿਸ਼ਵਾਸ ਕਰਨ ਦਾ ਲੋੜ ਹੁੰਦਾ ਹੈ। ਇਸ ਕਰਕੇ ਅਸੀਂ ਆਪਣੇ ਪਾਪਾਂ ਤੋਂ क्षमा ਪਾਉਂਦੇ ਹਾਂ, ਮਾਫੀ ਪਾਉਂਦੇ ਹਾਂ, ਅਤੇ ਪ੍ਰਭੂ ਦੀ ਮੁਕਤੀ ਨੂੰ ਹਾਸਿਲ ਕਰਦੇ ਹਾਂ। ਅਤੇ ਪ੍ਰਭੂ ਚਾਹੁੰਦਾ ਹੈ ਕਿ ਅਸੀਂ ਜਦ ਤੱਕ ਇਸ ਸੰਸਾਰ 'ਚ ਪ੍ਰਭੂ ਦੀ ਖੁਸ਼ੀ ਸਾਡੀ ਜ਼ਿੰਦਗੀਆਂ 'ਚ ਬਣੀ ਰਹੇ, ਅਤੇ ਪ੍ਰਭੂ ਦਾ ਸਕੂਨ, ਪ੍ਰਭੂ ਦੀ ਸ਼ਾਂਤੀ ਸਾਡੀ ਜ਼ਿੰਦਗੀਆਂ 'ਚ ਬਣੀ ਰਹੇ। ਅਤੇ ਅਸੀਂ ਦੇਖਦੇ ਹਾਂ ਅਫਸੀਆਂ ਦਾ ਖੱਤ, ਉਹਦੇ ਵਿੱਚ ਪੌਲੁਸ ਕਹਿੰਦਾ ਹੈ, ਪਹਿਲਾ ਹਿੱਸਾ 14 ਆਇਤ ਦਾ, ਉਹ ਹੈ ਕਿ ਉਹ ਕਹਿੰਦਾ ਹੈ ਕਿ ਆਪਣੀ ਕਮਰ ਨੂੰ ਇੱਕ ਸੱਚ ਦੀ ਪੇਟੀ ਨਾਲ ਬੰਨ੍ਹ ਲਵੋ। ਕਿ ਆਪਣੀ ਕਮਰ ਨੂੰ, ਜਿਵੇਂ ਕਿ ਅਸੀਂ ਹੁਣ ਬੈਲਟ ਲਾਉਂਦੇ ਹਾਂ ਕਿ ਸਾਡੀ ਕਮਰ ਕੱਸ ਹੋ ਜਾਵੇ, ਸਾਡੀ ਟਰਾਊਜ਼ਰ ਇੰਟੈਕਟ ਰਹੇ। ਹੁਣ ਪੌਲੁਸ ਇੱਕ ਰੋਮਨ ਸੋਲਜਰ ਦੀ ਗੱਲ ਕਰਦਾ ਹੈ। ਰੋਮੀਆਂ ਦਾ ਜੋ ਸਿਪਾਹੀ ਹੁੰਦਾ ਹੈ ਉਹ ਕਵਚ ਪਾਇਆ ਹੁੰਦਾ ਹੈ, ਉਸਨੇ ਬੈਲਟ ਬੰਨੀ ਹੁੰਦੀ ਹੈ, ਉਸਨੇ ਪੋਸ਼ਾਕ ਸਹੀ ਪਾਈ ਹੁੰਦੀ ਹੈ, ਸਿਰ 'ਤੇ ਹੈਲਮਟ ਪਾਇਆ ਹੁੰਦਾ ਹੈ, ਜੁੱਤੇ ਪਾਏ ਹੁੰਦੇ ਹਨ। ਅਤੇ ਪੌਲੁਸ ਉਹ ਉਦਾਹਰਨ ਲੈਂਦਾ ਹੈ ਸਿਪਾਹੀ ਦੀ। ਅਤੇ ਸਿਪਾਹੀ ਜਦੋਂ ਜੰਗ 'ਚ ਜਾਂਦੇ ਹਨ ਕਿਵੇਂ ਉਹ ਆਪਣੇ ਆਪ ਨੂੰ ਤਿਆਰ ਰੱਖਦੇ ਹਨ, ਅਤੇ ਉਹ ਹਮੇਸ਼ਾ ਯੁੱਧ ਲਈ ਤਿਆਰ ਹੁੰਦੇ ਹਨ, ਕਦੀ ਵੀ ਬੁਲਾਵਾ ਆ ਸਕਦਾ ਹੈ। ਉਵੇਂ ਹੀ ਇੱਕ ਮਸੀਹੀ ਜੀਵਨ ਜੋ ਹੈ ਇੱਕ ਜੰਗ ਵਾਲਾ ਜੀਵਨ ਹੈ। ਜੰਗ ਵਾਲਾ ਅਸੀਂ ਕਿਸੇ ਨੂੰ ਨਾ ਤਾਂ ਮਾਰਦੇ ਕੁੱਟਦੇ ਹਾਂ, ਨਾ ਤਾਂ ਕਿਸੇ ਨਾਲ ਸਾਡੀ ਦੁਸ਼ਮਣੀ ਹੈ, ਪਰ ਇੱਕ ਜੋ ਸੰਸਾਰ ਦੇ ਵਿੱਚ ਇੱਕ ਜੋ ਸੋਚ ਹੈ, ਇੱਕ ਆਤਮਿਕ ਸੋਚ ਹੈ, ਸਾਡੀ ਉਹਨਾਂ ਨਾਲ ਜੰਗ ਹੁੰਦੀ ਹੈ। ਕਿਉਂਕਿ ਇੱਕ ਮਸੀਹ ਦੀ ਸੋਚ ਜਾਂ ਪ੍ਰਭੂ ਦੀ ਸੋਚ, ਖੁਦਾਵੰਦ ਦੀ ਸੋਚ, ਪਰਮੇਸ਼ਵਰ ਦੀ ਸੋਚ ਅਤੇ ਦੁਨੀਆ ਦੀ ਸੋਚ ਵਿੱਚ ਜ਼ਮੀਨ ਆਸਮਾਨ ਦਾ ਅੰਤਰ ਹੈ। ਅਤੇ ਸਾਡੀ ਸੋਚ ਵੀ ਇੱਦਾਂ ਦੀ ਹੁੰਦੀ ਸੀ ਕਿ ਅਸੀਂ ਪ੍ਰਭੂ ਦੀ ਸੋਚ ਨੂੰ ਸਮਝਦੇ ਵੀ ਨਹੀਂ ਸੀ, ਅਸੀਂ ਪ੍ਰਭੂ ਤੋਂ ਬਹੁਤ ਦੂਰ ਸੀ। ਪਰ ਪ੍ਰਭੂ ਨੇ ਸਾਡੇ 'ਤੇ ਕਿਰਪਾ ਕੀਤੀ ਅਤੇ ਸਾਨੂੰ ਆਪਣੇ ਵੱਲ ਲੈ ਆਂਦਾ, ਸਾਨੂੰ ਰੋਸ਼ਨੀ ਦਿਖਾ ਦਿੱਤੀ, ਸਾਡੀਆਂ ਅੱਖਾਂ 'ਤੇ ਜੋ ਪੱਟੀ ਬੰਨੀ ਹੋਈ ਸੀ ਉਹ ਖੋਲ੍ਹ ਦਿੱਤੀ। ਇਸ ਕਰਕੇ ਹੁਣ ਸਾਨੂੰ ਇਹਨਾਂ ਗੱਲਾਂ ਦੀ ਸਮਝ ਹੈ, ਅਤੇ ਇਹਨਾਂ ਗੱਲਾਂ 'ਚ ਅਸੀਂ ਅੱਗੇ ਵੱਧਦੇ ਹਾਂ। ਅਤੇ ਗੱਲ ਕਰਦੇ ਹਾਂ ਅਸੀਂ ਸੱਚ ਪ੍ਰਭੂ ਦੀ ਸੱਚ ਦੀ। ਅਤੇ ਉਹ ਕਹਿੰਦਾ ਹੈ ਕਿ ਤੁਸੀਂ ਸੱਚ 'ਚ ਖੜੇ ਰਹੋ, ਖਲੋਤੇ ਰਹੋ ਪ੍ਰਭੂ ਦੇ ਵਿੱਚ, ਅਤੇ ਸੱਚ ਦੇ ਨਾਲ ਤੁਰ ਕੇ ਤੁਸੀਂ ਆਪਣੇ ਆਪ ਨੂੰ ਆਪਣੇ ਉੱਤੇ ਮਸੀਹੀ ਵਸਤਰ ਪਾ ਲਓ, ਜੋ ਕਿ ਆਤਮਿਕ ਵਸਤਰ ਹਨ, ਜੋ ਕਿ ਇੱਕ ਸੋਚ ਹੈ। ਅਸੀਂ ਹੁਣ ਇੱਕ ਸੋਚ ਦੀ ਗੱਲ ਕਰਦੇ ਹਾਂ। ਇਹ ਨਹੀਂ ਹੈ ਕਿ ਮੈਂ ਅੱਜ ਅਲਮਾਰੀ 'ਚ ਜਾ ਕੇ ਇਹਨਾਂ ਚੀਜ਼ਾਂ ਨੂੰ ਕੱਢੂੰਗਾ, ਨਹੀਂ। ਇੱਕ ਬਾਈਬਲ ਦੀ ਸੋਚ ਹੈ, ਜਿਹਦੀ ਸੋਚ ਵਿੱਚ ਸਾਨੂੰ ਅੱਗੇ ਵਧਣ ਦੀ ਲੋੜ ਹੈ, ਡੂੰਘਾਈ ਵਿੱਚ ਜਾ ਕੇ। ਅਤੇ ਅੱਜ ਗੱਲ ਕਰਦੇ ਹਾਂ, ਉਹ ਕਹਿੰਦਾ ਹੈ ਕਿ ਖੜੇ ਰਹੋ ਅਤੇ ਆਪਣੀ ਕਮਰ ਨੂੰ ਬੈਲਟ ਨਾਲ ਕੱਸ ਲਵੋ, ਪੇਟੀ ਬੰਨ੍ਹ ਲਵੋ। ਅਤੇ ਇਹ ਬਹੁਤ ਹੀ ਜ਼ਰੂਰੀ ਹੈ ਇੱਕ ਮਸੀਹੀ ਜੀਵਨ ਲਈ, ਬੈਲਟ ਆਫ ਟਰੂਥ। ਅਤੇ ਸੱਚ ਦੀ ਪੇਟੀ, ਸੱਚ ਕੀ ਹੈ? ਸੱਚ ਦੀ ਪੇਟੀ ਯਾਨੀ ਕਿ ਬਾਈਬਲ ਦਾ ਸੱਚ। ਆਪਣੀ ਜ਼ਿੰਦਗੀ ਨੂੰ ਬਾਈਬਲ ਦੇ ਸੱਚ ਨਾਲ ਕੱਸ ਕੇ ਰੱਖੋ, ਕਿਉਂਕਿ ਦੁਨੀਆ ਦੇ ਝੂਠ ਸਾਡੇ ਘਰਾਂ 'ਚ ਆਉਂਦੇ ਹਨ, TV ਦੇ ਜ਼ਰੀਏ, ਰੇਡੀਓ ਦੇ ਜ਼ਰੀਏ, ਮਿਊਜ਼ਿਕ ਦੇ ਜ਼ਰੀਏ, ਫਿਲਮਾਂ ਦੇ ਜ਼ਰੀਏ। ਠੀਕ ਹੈ, ਤੁਸੀਂ ਜੇ TV ਦੇਖਦੇ ਹੋ ਕੋਈ ਬੁਰੀ ਗੱਲ ਨਹੀਂ ਹੈ। ਜੇ ਓਬਵੀਅਸਲੀ ਤੁਸੀਂ TV 'ਚ ਹੀ ਫਸੇ ਰਹਿ ਗਏ ਜਾਂ ਮਿਊਜ਼ਿਕ 'ਚ ਹੀ ਫਸੇ ਰਹਿ ਗਏ ਅਤੇ ਪ੍ਰਭੂ ਦੇ ਕੰਮਾਂ ਤੋਂ ਦੂਰ ਹੋ ਗਏ, ਤਾਂ ਫਿਰ ਤਾਂ ਇਹ ਪ੍ਰੋਬਲਮ ਹੈ। ਇਸ ਕਰਕੇ ਦੁਨੀਆ ਦੀ ਗੱਲਾਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ। ਜਿੰਨਾ ਅਸੀਂ ਆਪਣੇ ਆਪ ਨੂੰ ਦੂਰ ਰੱਖ ਸਕਦੇ ਹਾਂ, ਸਾਨੂੰ ਰੱਖਣਾ ਚਾਹੀਦਾ ਹੈ। ਅਤੇ ਦੁਨੀਆ ਦੇ ਪਿਆਰ ਤੋਂ ਦੂਰ ਰਹੋ। ਪੌਲੁਸ ਯੂਹੰਨਾ ਕਹਿੰਦਾ ਹੈ ਕਿ ਜਿਹਦੇ ਵਿੱਚ ਸੰਸਾਰ ਦਾ ਪ੍ਰੇਮ ਹੈ, ਉਸ ਦੇ ਵਿੱਚ ਪ੍ਰਭੂ ਦਾ ਪ੍ਰੇਮ ਨਹੀਂ ਹੈ। ਇਸ ਕਰਕੇ ਸੱਚ ਨੂੰ ਪਿਆਰ ਕਰੋ, ਪ੍ਰਭੂ ਦੇ ਸੱਚ ਨੂੰ। ਅਤੇ ਸੱਚ ਕੀ ਹੈ? ਸੱਚ ਕੀ ਹੈ?
ਤੇ ਪਹਿਲੀ ਗੱਲ ਤਾਂ ਸਾਨੂੰ ਇਹੀ ਪਤਾ ਲੱਗ ਕਿ ਪ੍ਰਭੂ ਯਿਸੂ ਮਸੀਹ ਖੁਦਾ ਆਪ ਸੱਚ ਹੈ। ਉਹ ਕਹਿੰਦਾ ਹੈ यूहन्ना ਦੀ ਇੰਜੀਲ ਵਿੱਚ ਉਹਦਾ 14 ਅਧਿਆਇ ਉਹਦੀ 6 ਆਇਤ, ਪ੍ਰਭੂ ਕਹਿੰਦਾ ਹੈ ਕਿ ਸੱਚ, ਰਾਹ ਤੇ ਜੀਵਨ ਮੈਂ ਹਾਂ ਤੇ ਮੇਰੇ ਤੋਂ ਬਿਨਾਂ ਕੋਈ ਵੀ ਪਿਤਾ ਪਰਮੇਸ਼ਰ ਕੋਲ ਨਹੀਂ ਆ ਸਕਦਾ। ਤੇ ਪਹਿਲੀ ਗੱਲ ਇਹ ਹੋ ਗਈ ਕਿ ਪ੍ਰਭੂ ਯਿਸੂ ਮਸੀਹ ਹੀ ਸੱਚ ਹੈ। ਤੇ ਜਦੋਂ ਪ੍ਰਭੂ ਯਿਸੂ ਮਸੀਹ ਪਿਲਾਤੂਸ ਦੇ ਮੋਹਰੇ ਜਾ ਕੇ ਖੜਾ ਹੋ ਗਿਆ ਅਤੇ ਪਿਲਾਤੂਸ ਨੇ ਕਿਹਾ ਕਿ ਤੂੰ ਕੌਣ ਹੈ, ਤੇ ਪ੍ਰਭੂ ਕਹਿੰਦਾ ਹੈ ਕਿ ਮੈਂ ਸੱਚ ਦੀ ਸਾਖੀ ਦੇਣ ਆਉਂਦਾ ਹਾਂ। ਤੇ ਪਿਲਾਤੂਸ ਉਸ ਨੂੰ ਕਹਿੰਦਾ ਹੈ ਕਿ ਸੱਚ ਕੀ ਹੈ। ਪਿਲਾਤੂਸ ਦੇ ਮੋਹਰੇ ਸੱਚ ਖੜਿਆ ਸੀ, ਯਿਸੂ ਮਸੀਹ ਜੋ ਇੱਕ ਸੱਚ ਹੈ ਪ੍ਰਭੂ ਦਾ। ਤੇ ਪਿਲਾਤੂਸ ਉਹ ਸੱਚ ਨੂੰ ਜਾਣ ਨਹੀਂ ਸਕਿਆ ਤੇ ਉਹ ਕਹਿੰਦਾ ਸੱਚ ਕੀ ਹੈ, ਉਸ ਨੂੰ ਸੱਚ ਦੇ ਬਾਰੇ ਪਤਾ ਨਹੀਂ ਲੱਗਿਆ। ਸੱਚ ਕੀ ਹੈ? ਪ੍ਰਭੂ ਯਿਸੂ ਮਸੀਹ। ਤੇ ਸੱਚ ਕੀ ਹੈ? ਪ੍ਰਭੂ ਦਾ ਵਚਨ ਹੀ ਸੱਚ ਹੈ। ਪ੍ਰਭੂ ਦਾ ਵਚਨ ਸੱਚ ਹੈ। ਤੇ ਅਸੀਂ ਪੜ੍ਹਦੇ ਹਾਂ ਫਿਰ ਅਫਸੀਆਂ ਦਾ ਖੱਤ ਉਸਦਾ ਪਹਿਲਾ ਅਧਿਆਇ ਤੇ ਉਸਦੀ 13 ਤੇ ਉਹਦੇ ਵਿੱਚ ਉਹ ਕਹਿੰਦਾ ਹੈ ਕਿ ਜਦੋਂ ਤੁਸੀਂ ਸੱਚ ਦੇ ਵਚਨ ਨੂੰ ਸੁਣਿਆ ਤੇ ਤੁਸੀਂ ਮਸੀਹ ਉੱਤੇ ਵਿਸ਼ਵਾਸ ਕੀਤਾ, ਉਸ ਸਮੇਂ ਤੁਹਾਨੂੰ ਮੁਕਤੀ ਮਿਲ ਗਈ ਤੇ ਤੁਸੀਂ ਪਵਿੱਤਰ ਆਤਮਾ ਦੀ ਛਾਪ ਤੁਹਾਡੇ ਉੱਤੇ ਲੱਗ ਗਈ, ਪਵਿੱਤਰ ਆਤਮਾ ਦੀ ਮਿਹਰ ਤੁਹਾਡੇ ਉੱਤੇ ਹੋ ਗਈ। ਤੇ ਸੱਚ ਕੀ ਹੈ? ਪ੍ਰਭੂ ਦਾ ਵਚਨ ਸੱਚ ਆ। ਇਹ ਤਾਂ ਹੋ ਗਈ ਦੂਜੀ ਗੱਲ। ਤੀਜੀ ਗੱਲ ਕੀ ਆ? ਵੀ ਪ੍ਰਭੂ ਦੀ ਖੁਸ਼ਖਬਰੀ ਸੱਚ ਹੈ ਸਾਡੇ ਲਈ ਜੋ ਕਿ ਵਿਸ਼ਵਾਸ ਕਰਦੇ ਹਨ, ਤੇ ਜਿਹੜੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਲਈ ਵੀ ਇਹ ਸੱਚ ਹੈ, ਕਿਉਂਕਿ ਬਿਨਾਂ ਖੁਸ਼ਖਬਰੀ ਤੋਂ ਕੋਈ ਵੀ ਪ੍ਰਭੂ ਦੇ ਸੱਚ ਨੂੰ ਨਹੀਂ ਜਾਣ ਸਕਦਾ। ਤੇ ਪਲੂਸ ਫੇਰ ਕਹਿੰਦਾ ਹੈ ਰੋਮੀਆਂ ਦਾ ਖੱਤ ਉਹਦਾ ਪਹਿਲਾ ਅਧਿਆਇ ਤੇ 16 ਤੇ 17 ਹੈ ਤੇ ਉਹਦੇ ਵਿੱਚ ਉਹ ਕਹਿੰਦਾ ਹੈ ਕਿ ਮੈਂ ਪ੍ਰਭੂ ਦੀ ਖੁਸ਼ਖਬਰੀ ਤੋਂ ਸ਼ਰਮਿੰਦਾ ਨਹੀਂ ਹਾਂ, ਕਿਉਂਕਿ ਇਹ ਸ਼ਕਤੀ ਹੈ ਜੋ ਕਿ ਸਾਡੀ ਮੁਕਤੀ ਦਾ ਕਾਰਨ ਬਣਦੀ ਹੈ, ਜਿਸ ਦੇ ਦੁਆਰਾ ਸਾਨੂੰ ਵਿਸ਼ਵਾਸ ਮਿਲਦਾ ਹੈ। ਤੇ ਵਿਸ਼ਵਾਸ ਪ੍ਰਭੂ ਦੇ ਵਿੱਚ ਅਸੀਂ ਉਦੋਂ ਹੀ ਕਰ ਸਕਦੇ ਹਾਂ ਜਦੋਂ ਅਸੀਂ ਪ੍ਰਭੂ ਦੇ ਸੱਚ ਨੂੰ ਜਾਣਦੇ ਹਾਂ। ਇਸ ਕਰਕੇ ਅੱਜ ਦੀ ਜੋ ਲੜਾਈ ਹੈ, ਜੋ ਆਤਮਿਕ ਲੜਾਈ ਹੈ, ਉਹ ਸੱਚ ਤੇ ਝੂਠ ਵਿੱਚ ਹੈ। ਹਰ ਇੱਕ ਇਨਸਾਨ ਕਹਿੰਦਾ ਹੈ ਕਿ ਮੇਰੇ ਕੋਲ ਸੱਚ ਹੈ। ਤੇ ਅਸੀਂ ਕਿੱਦਾਂ ਜਾਣੀਏ ਸੱਚ ਕੀ ਹੈ? ਸੱਚ ਅਸੀਂ ਦੇਖ ਸਕਦੇ ਹਾਂ ਪ੍ਰਭੂ ਯਿਸੂ ਮਸੀਹ ਦੀ ਜ਼ਿੰਦਗੀ 'ਚ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਜੇ ਤੁਸੀਂ ਮੈਨੂੰ ਅੱਜ ਮਾਰ ਵੀ ਦਿੰਦੇ ਹੋ ਤੇ ਮੈਂ ਤੀਜੇ ਦਿਨ ਜ਼ਿੰਦਾ ਹੋ ਜਾਵਾਂਗਾ। ਤੇ ਜੋ ਪ੍ਰਭੂ ਨੇ ਕਰ ਦਿੱਤਾ ਉਹ ਕੋਈ ਹੋਰ ਇਨਸਾਨ ਕਰ ਨਹੀਂ ਸਕਿਆ। ਮੌਤ ਤੋਂ ਜ਼ਿੰਦਾ ਹੋ ਜਾਣਾ ਤੀਜੇ ਦਿਨ, ਇਹ ਸੰਸਾਰ ਦੀ ਹਿਸਟਰੀ 'ਚ ਕੋਈ ਨਹੀਂ ਕਰ ਸਕਿਆ। ਇਸ ਕਰਕੇ ਸਾਨੂੰ ਅੱਜ ਪ੍ਰਭੂ ਦੇ ਵੱਲ ਮੁੜਨ ਦੀ ਲੋੜ ਹੈ ਤੇ ਦੇਖਣ ਦੀ ਲੋੜ ਹੈ ਕਿ ਪ੍ਰਭੂ ਹੀ ਸੱਚ ਹੈ ਤੇ ਪ੍ਰਭੂ ਦਾ ਕਿਹਾ ਹੋਇਆ ਵਚਨ ਸੱਚ ਹੈ, ਪ੍ਰਭੂ ਦੀਆਂ ਕਹੀਆਂ ਹੋਈਆਂ ਹਿਦਾਇਤਾਂ ਸੱਚ ਹੈ। ਇਸ ਕਰਕੇ ਅਸੀਂ ਪੜ੍ਹਦੇ ਹਾਂ 119 ਜ਼ਬੂਰ ਉਸਦੀ 105 ਆਇਤ, ਉਹਦੇ ਵਿੱਚ ਉਹ ਕਹਿੰਦਾ ਹੈ ਕਿ ਤੇਰਾ ਵਚਨ ਮੇਰੇ ਪੈਰਾਂ ਲਈ ਇੱਕ ਦੀਵੇ ਵਾਂਗੂ ਹੈ, ਇੱਕ ਚਾਨਣ ਵਾਂਗੂ ਹੈ, ਇਹ ਮੇਰੇ ਰਾਹ ਲਈ ਚਾਨਣ ਹੈ। ਪ੍ਰਭੂ ਦਾ ਸੱਚ ਸਾਡੇ ਰਾਹ ਲਈ ਇੱਕ ਚਾਨਣ ਹੈ, ਇੱਕ ਟਾਰਚ ਹੈ। ਜਦੋਂ ਅਸੀਂ ਹਨੇਰੇ 'ਚ ਜਾਂਦੇ ਹਾਂ, ਅਸੀਂ ਟਾਰਚ ਨੂੰ ਔਨ ਕਰਦੇ ਹਾਂ ਤੇ ਸਾਨੂੰ ਫਿਰ ਗਾਂ ਦਾ ਰਾਹ ਦਿਖਣ ਲੱਗ ਪੈਂਦਾ ਹੈ। ਤੇ ਪ੍ਰਭੂ ਦਾ ਸੱਚ ਵੀ ਇੱਦਾਂ ਦਾ ਹੀ ਹੈ। ਪ੍ਰਭੂ ਦਾ ਵਚਨ ਜੋ ਹੈ ਇੱਕ ਸਾਡੇ ਲਈ ਰੋਸ਼ਨੀ ਦਾ ਕੰਮ ਬਣਦਾ ਹੈ। ਤੇ ਜਿਹਦੇ ਕੋਲ ਰੋਸ਼ਨੀ ਹੈ ਉਹਦੇ ਕੋਲ ਸੱਚ ਹੈ, ਜਾਂ ਜਿਹਦੇ ਕੋਲ ਸੱਚ ਹੈ ਉਹਦੇ ਕੋਲ ਰੋਸ਼ਨੀ ਹੈ, ਅਤੇ ਉਹ ਫਿਰ ਕਦੀ ਡਿੱਗ ਨਹੀਂ ਸਕਦਾ ਤੇ ਉਹ ਸ਼ੈਤਾਨ ਦੀਆਂ ਚਾਲਾਂ 'ਚ ਫਸ ਨਹੀਂ ਸਕਦਾ। ਸ਼ੈਤਾਨ ਹਨੇਰਾ ਲੈ ਕੇ ਆਉਂਦਾ ਹੈ, ਪਰ ਪ੍ਰਭੂ ਸਾਡੀ ਜ਼ਿੰਦਗੀ 'ਚ ਚਾਨਣ ਲੈ ਕੇ ਆਉਂਦਾ ਹੈ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਪ੍ਰਭੂ ਦਾ ਜੋ ਵਚਨ ਹੈ ਉਹ ਸਾਡੇ ਲਈ ਇੱਕ ਚਾਨਣ ਵਾਂਗੂ ਹੈ। ਫਿਰ ਅਸੀਂ ਪੜ੍ਹਦੇ ਹਾਂ ਜ਼ਬੂਰ 19, ਉਹਦੇ ਵਿੱਚ ਵੀ ਪ੍ਰਭੂ ਕਹਿੰਦਾ ਹੈ ਪ੍ਰਭੂ ਦਾ ਨਿਯਮ ਜੋ ਕਿ ਪ੍ਰਭੂ ਦਾ ਵਚਨ ਹੈ, ਪ੍ਰਭੂ ਦਾ ਨਿਯਮ ਸੰਪੂਰਨ ਹੈ ਤੇ ਆਤਮਾ ਨੂੰ ਮੁੜ ਸੁਰਜੀਤ ਕਰਦਾ ਹੈ। ਤੇ ਦੂਜੀ ਗੱਲ ਅਸੀਂ ਦੇਖਦੇ ਹਾਂ ਪ੍ਰਭੂ ਦੀ ਗਵਾਹੀ ਨਿਸ਼ਚਿਤ ਹੈ। ਗਵਾਹੀ, ਵਚਨ, ਸੱਚ, ਇਹ ਸਭ ਇੱਕੋ ਸਮਾਨ ਹੈ। ਨਿਯਮ, ਸੱਚ, ਗਵਾਹੀ ਸਭ ਇੱਕ ਚੀਜ਼ ਹੈ। ਪ੍ਰਭੂ ਦੀ ਗਵਾਹੀ ਨਿਸ਼ਚਿਤ ਹੈ। ਫਿਰ ਅਸੀਂ ਫਿਰ ਪੜ੍ਹਦੇ ਹਾਂ ਜ਼ਬੂਰ 19 ਵਿੱਚ ਪ੍ਰਭੂ ਦੇ ਉਪਦੇਸ਼ ਸਹੀ ਹਨ, ਪ੍ਰਭੂ ਦਾ ਹੁਕਮ ਸ਼ੁੱਧ ਹੈ, ਪ੍ਰਭੂ ਦਾ ਡਰ ਸਾਫ਼ ਹੈ, ਪ੍ਰਭੂ ਦੇ ਨਿਯਮ ਸੱਚੇ ਹਨ। ਇਹਨਾਂ ਦੇ ਜ਼ਰੀਏ ਉਹ ਕਹਿੰਦਾ ਹੈ ਕਿ ਇਹਨਾਂ ਦੇ ਜ਼ਰੀਏ ਪ੍ਰਭੂ ਦਾ ਖਾਦਮ ਆਪਣੀ ਜ਼ਿੰਦਗੀਆਂ 'ਚ ਚੇਤਾਵਨੀ ਲੈ ਕੇ ਆਉਂਦਾ ਹੈ ਤੇ ਇਹਨਾਂ ਨੂੰ ਜਦੋਂ ਫੋਲੋ ਕਰਦਾ ਹੈ, ਇਹਨਾਂ ਦੇ ਉੱਤੇ ਜਦੋਂ ਚੱਲਦਾ ਹੈ, ਉਸ ਨੂੰ ਇੱਕ ਵੱਡਾ ਇਨਾਮ ਦਿੱਤਾ ਜਾਂਦਾ ਹੈ। ਤੇ ਇਹੀ ਪ੍ਰਭੂ ਸਾਨੂੰ ਕਹਿੰਦਾ ਹੈ ਜੇ ਅਸੀਂ ਸੱਚ ਤੇ ਅਟਲ ਰਹਿੰਦੇ ਹਾਂ, ਜੇ ਅਸੀਂ ਮਰ ਵੀ ਜਾਈਏ, ਜੇ ਸਾਨੂੰ ਲੋਕ ਨਫ਼ਰਤ ਵੀ ਕਰਨ ਇਹ ਸੱਚ ਦੇ ਕਰਕੇ, ਫਿਰ ਵੀ ਸਾਡਾ ਜੋ ਇੱਕ ਅਹੁਦਾ ਹੈ ਤੇ ਸਾਡਾ ਸਥਾਨ ਜੋ ਹੈ ਸਵਰਗ ਦੇ ਵਿੱਚ ਉਹ ਬਰਕਰਾਰ ਰਹਿੰਦਾ ਹੈ, ਕਿਉਂਕਿ ਅਸੀਂ ਪ੍ਰਭੂ ਦੇ ਨਾਂ ਦੀ ਸਾਖੀ ਦੇ ਦਿੱਤੀ, ਪ੍ਰਭੂ ਜੋ ਸੱਚ ਹੈ। ਇਸ ਕਰਕੇ ਆਪਣੀ ਕਮਰ ਨੂੰ ਸਾਨੂੰ ਸੱਚ ਦੇ ਨਾਲ ਬੰਨ੍ਹਣਾ ਚਾਹੀਦਾ ਹੈ।
ਤੇ ਜੇ ਸਾਡੀ ਜ਼ਿੰਦਗੀ 'ਚ ਸੱਚ ਨਹੀਂ ਹੋਇਆ ਤੇ ਫਿਰ ਸਾਡੀ ਜ਼ਿੰਦਗੀ 'ਚ ਕੀ ਹੋਇਆ? ਜੇ ਸੱਚ ਹੀ ਨਹੀਂ ਰਿਹਾ ਤੇ ਫਿਰ ਅਸੀਂ ਢਾਲ ਕਿਵੇਂ ਪਾ ਸਕਦੇ ਹਾਂ? ਜੇ ਸੱਚ ਨਹੀਂ ਹੋਇਆ ਤੇ ਅਸੀਂ ਪ੍ਰਭੂ ਕਹਿੰਦਾ ਹੈ ਕਿ ਜੋ ਸਾਨੂੰ ਜੁੱਤੇ ਮਿਲਦੇ ਹਨ ਉਹ ਅਸੀਂ ਕਿੱਦਾਂ ਪਾ ਸਕਦੇ ਹਾਂ? ਬਿਨਾਂ ਸੱਚ ਤੋਂ ਸਾਡੀ ਜ਼ਿੰਦਗੀ 'ਚ ਨਾ ਤਾਂ ਮੁਕਤੀ ਆ ਸਕਦੀ ਹੈ, ਬਿਨਾਂ ਸੱਚ ਤੋਂ ਅਸੀਂ ਨਾ ਤਾਂ ਲੜ ਸਕਦੇ ਹਾਂ ਆਤਮਾ ਦੇ ਵਿੱਚ। ਇਸ ਕਰਕੇ ਅਸੀਂ ਇਹ ਗੱਲਾਂ ਨੂੰ ਦੇਖਦੇ ਹਾਂ ਤੇ ਪੌਲੁਸ ਕਹਿੰਦਾ ਹੈ ਤਿਮੋਥੀਅਸ ਨੂੰ, ਉਹਦਾ ਦੂਜਾ ਤਿਮੋਥੀਅਸ ਤੇ ਉਹਦਾ ਦੂਜਾ ਅਧਿਆਇ ਤੇ 15 ਤੇ ਉਹਦੇ ਵਿੱਚ ਉਹ ਕਹਿੰਦਾ ਹੈ ਕਿ ਤੂੰ ਇਸ ਵਚਨ ਨੂੰ ਚੰਗੀ ਤਰ੍ਹਾਂ ਸਮਝ ਤੇ ਚੰਗੀ ਤਰ੍ਹਾਂ ਸਿਖਾ। ਵਚਨ ਨੂੰ ਚੰਗੀ ਤਰ੍ਹਾਂ ਸਿਖਾ, ਚੰਗੀ ਤਰ੍ਹਾਂ ਸਮਝ, ਕਿਉਂਕਿ ਇਹ ਵਚਨ ਜੋ ਹੈ ਸੱਚ ਦਾ ਵਚਨ ਹੈ। ਤੇ ਜੋ ਪ੍ਰਚਾਰਕ ਹੁੰਦੇ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਵਚਨ ਨੂੰ ਚੰਗੀ ਤਰ੍ਹਾਂ ਸਮਝ, ਕਿਉਂਕਿ ਇਹ ਵਚਨ ਸੱਚ ਦਾ ਵਚਨ ਹੈ। ਅਤੇ ਜਿਹੜੇ ਪ੍ਰਚਾਰਕ ਆਪਣੇ ਕਮਰ ਨੂੰ ਕੱਸ ਕੇ ਬੰਨ੍ਹਦੇ ਹਨ ਸੱਚ ਦੇ ਵਿੱਚ, ਜੋ ਕਿ ਬਾਈਬਲ ਦਾ ਪ੍ਰਚਾਰ ਕਰਦੇ ਹਨ, ਜੋ ਕਿ ਕੰਪਰੋਮਾਈਜ਼ ਨਹੀਂ ਕਰਦੇ, ਜੋ ਕਿ ਸੱਚ ਨੂੰ ਸੱਚ ਦੀ ਤਰ੍ਹਾਂ ਪੇਸ਼ ਕਰਦੇ ਹਨ, ਉਹ ਪ੍ਰਭੂ ਦੇ ਵਚਨ ਦੇ ਕੰਮ ਨੂੰ ਪੂਰਾ ਕਰਦੇ ਹਨ। ਤੇ ਫਿਰ ਤਿਮੋਥੀਅਸ ਨੂੰ ਕਹਿੰਦਾ ਹੈ, ਦੂਜਾ ਤਿਮੋਥੀਅਸ ਉਹਦਾ 4 ਤੇ 2 ਤਾਂ ਉਹ ਕਹਿੰਦਾ ਹੈ ਕਿ ਚਾਹੇ ਕੁਛ ਵੀ ਹੋ ਜਾਵੇ ਤੂੰ ਵਚਨ ਦਾ ਪ੍ਰਚਾਰ ਕਰ ਜੋ ਕਿ ਸੱਚ ਹੈ, ਵਚਨ ਦਾ ਪ੍ਰਚਾਰ ਕਰ। ਅਤੇ ਜੋ ਪ੍ਰਭੂ ਦੇ ਲੋਕ ਹਨ ਉਹਨਾਂ ਨੂੰ ਵੀ ਚਾਹੀਦਾ ਕਿ ਪ੍ਰਭੂ ਦੇ ਵਚਨ ਤੇ ਅਟਲ ਰਹਿਣ। ਕਮਰ ਕੱਸੋ ਸੱਚ ਦੇ ਨਾਲ। ਤੇ ਜਿਹੜਾ ਇਨਸਾਨ ਕਮਰ ਕੱਸਦਾ ਹੈ ਉਹ ਸਿੱਧਾ ਖੜਾ ਰਹਿੰਦਾ ਹੈ। ਜਿਹੜਾ ਬੰਦਾ ਕਮਰ ਕੱਸਦਾ ਨਹੀਂ ਹੈ ਉਹ ਡਿੱਗ ਸਕਦਾ ਹੈ ਜਾਂ ਉਹਦਾ ਪੋਸਚਰ ਸਹੀ ਨਹੀਂ ਹੋਵੇਗਾ, ਇਸ ਕਰਕੇ ਉਹ ਜੰਗ 'ਚ ਖੜਾ ਨਹੀਂ ਰਹਿ ਸਕੇਗਾ। ਜਦੋਂ ਸਿਪਾਹੀ ਜੰਗ 'ਚ ਜਾਂਦੇ ਹਨ ਉਹ ਸਿੱਧਾ ਖੜੇ ਹੁੰਦੇ ਹਨ, ਕਿਉਂਕਿ ਉਹਨਾਂ ਦੀ ਕਮਰ ਕੱਸੀ ਹੁੰਦੀ ਹੈ, ਯਾਨੀ ਕਿ ਉਹ ਤਿਆਰ ਰਹਿੰਦੇ ਨੇ ਕਿ ਕਦੋਂ ਵੀ ਅਟੈਕ ਹੋ ਸਕਦਾ ਹੈ, ਕਦੇ ਵੀ ਅਟੈਕ ਹੋ ਸਕਦਾ ਹੈ ਤੇ ਕਦੀ ਵੀ ਉਹਨਾਂ ਨੂੰ ਬੁਲਾਵਾ ਆ ਸਕਦਾ ਹੈ। ਇਸ ਕਰਕੇ ਸੱਚ ਵਿੱਚ ਖੜੇ ਰਹੋ। ਕੋਈ ਵੀ ਉਮਰ ਹੋਵੇ, ਚਾਹੇ ਤੁਸੀਂ ਨੌਜਵਾਨ ਹੋ ਚਾਹੇ ਤੁਸੀਂ ਬਜ਼ੁਰਗ ਹੋ, ਸੱਚ ਵਿੱਚ ਖੜੇ ਰਹੋ। ਜੇ ਸੱਚ ਦੇ ਉੱਤੇ ਸਾਡੀ ਬੁਨਿਆਦ ਨਹੀਂ ਹੋਵੇਗੀ ਤੇ ਫਿਰ ਬੁਨਿਆਦ ਅਸੀਂ ਕਿਹਦੇ ਤੇ ਰੱਖ ਦਿੱਤੀ? ਇਸ ਕਰਕੇ ਪ੍ਰਭੂ ਕਹਿੰਦਾ ਹੈ ਕਿ ਸੱਚ ਦੀ ਪੇਟੀ ਆਪਣੇ ਕਮਰ ਦੇ ਆਲੇ ਦੁਆਲੇ ਬੰਨ੍ਹ ਲਵੋ। ਤੇ ਪ੍ਰਭੂ ਕਹਿੰਦਾ ਹੈ ਫਿਰ ਪੌਲੁਸ ਦੇ ਜ਼ਰੀਏ ਉਹ ਕਹਿੰਦਾ ਹੈ ਕਿ ਜੋ ਵਿਸ਼ਵਾਸ ਹੈ ਉਹ ਵਚਨ ਦੇ ਸੁਣਨ ਦੇ ਕਰਕੇ ਹੁੰਦਾ ਹੈ ਤੇ ਜੋ ਕਿ ਵਚਨ ਸੱਚ ਦਾ ਹੈ। Faith comes by hearing and hearing the word of truth, ਸੱਚ ਵਾਲਾ ਵਚਨ। ਤੇ ਜਦੋਂ ਅਸੀਂ ਸੱਚ ਤੇ ਖੜੇ ਹੋ ਗਏ ਤੇ ਫਿਰ ਸਾਡੀ ਜ਼ਿੰਦਗੀ 'ਚ ਝੂਠ ਖਤਮ ਹੋ ਗਿਆ, ਕਿਉਂਕਿ ਪ੍ਰਭੂ ਝੂਠ ਨੂੰ ਪਸੰਦ ਨਹੀਂ ਕਰਦਾ। ਪ੍ਰਭੂ ਝੂਠ ਨੂੰ ਪਸੰਦ ਨਹੀਂ ਕਰਦਾ। ਤੇ ਪ੍ਰਭੂ ਕਹਿੰਦਾ ਹੈ ਜੋ ਲੋਕ ਝੂਠ ਬੋਲਦੇ ਹਨ ਉਹ ਤਾਂ ਆਪਣੇ ਆਪ ਨੂੰ ਵੀ ਝੂਠ ਬੋਲਦੇ ਹਨ, ਦੂਜੇ ਲੋਕਾਂ ਨੂੰ ਵੀ ਝੂਠ ਬੋਲਦੇ ਹਨ ਤੇ ਉਹਨਾਂ ਨੂੰ ਲੱਗਦਾ ਹੈ ਕਿ ਪ੍ਰਭੂ ਉਹਨਾਂ ਨੂੰ ਦੇਖਦਾ ਨਹੀਂ ਹੈ। ਤੇ ਬਾਈਬਲ ਤਾਂ ਸਾਨੂੰ ਖੁਦ ਕਹਿੰਦੀ ਹੈ ਵੀ ਜਿਹੜੇ ਝੂਠ ਬੋਲਦੇ ਹਨ ਉਹਨਾਂ ਦੀ ਸਜ਼ਾ ਵੀ ਨਰਕ ਦੇ ਵਿੱਚ ਹੈ। ਅਸੀਂ ਪੜ੍ਹਦੇ ਹਾਂ ਬਾਈਬਲ ਦੇ ਵਿੱਚ। ਤੇ ਅੱਜ ਸਾਨੂੰ ਝੂਠ ਤੋਂ ਦੌੜਨ ਦੀ ਲੋੜ ਹੈ ਤੇ ਸੱਚ ਨੂੰ ਅਪਣਾਉਣ ਦੀ ਲੋੜ ਹੈ। ਜੇ ਅਸੀਂ ਵਿਸ਼ਵਾਸੀ ਲੋਕ ਜੇ ਪਾਪ 'ਚ ਅੱਜ ਡਿੱਗ ਗਏ ਹਾਂ ਤੇ ਸਾਨੂੰ ਪ੍ਰਭੂ ਦੇ ਸੱਚ ਨੂੰ ਅਪਣਾ ਕੇ ਪ੍ਰਭੂ ਵੱਲ ਮੁੜਨ ਦੀ ਲੋੜ ਹੈ ਤੇ ਪ੍ਰਭੂ ਦੇ ਸੱਚ ਨੂੰ ਅਪਣਾਉਣ ਦੀ ਲੋੜ ਹੈ। ਪ੍ਰਭੂ ਦਾ ਸੱਚ ਸਾਡੀ ਜ਼ਿੰਦਗੀ 'ਚ ਰੋਸ਼ਨੀ ਲੈ ਕੇ ਆਉਂਦਾ ਹੈ, ਸ਼ਾਂਤੀ ਲੈ ਕੇ ਆਉਂਦਾ ਹੈ ਤੇ ਤੰਦਰੁਸਤੀ ਲੈ ਕੇ ਆਉਂਦਾ ਹੈ, ਆਤਮਿਕ ਤੰਦਰੁਸਤੀ। ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਪ੍ਰਭੂ ਦੇ ਸੱਚ ਤੇ ਅਟਲ ਰਹੋ, ਪ੍ਰਭੂ ਦੇ ਸੱਚ ਨੂੰ ਮੰਨੋ ਤੇ ਪ੍ਰਭੂ ਦੀ ਮਹਿਮਾ ਦੇ ਗੁਣ ਗਾਵੋ। ਤੇ ਜੇ ਅਸੀਂ ਇਹ ਕੰਮ ਕਰਦੇ ਹਾਂ, ਜੇ ਸਾਡੀ ਜ਼ਿੰਦਗੀ 'ਚ ਸੱਚ ਹੁੰਦਾ ਹੈ ਤੇ ਝੂਠ ਸਾਡੀ ਜ਼ਿੰਦਗੀ 'ਚ ਖਤਮ ਹੋ ਜਾਂਦਾ ਹੈ। ਤੇ ਜਿਹਦੇ ਕੋਲ ਸੱਚ ਹੈ ਉਹ ਕਿਸੇ ਤੋਂ ਡਰਦਾ ਵੀ ਨਹੀਂ ਹੈ। ਸਾਨੂੰ ਅੱਜ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ। ਅਸੀਂ ਕਿਸੇ ਨਾਲ ਲੜਦੇ ਨਹੀਂ ਹਾਂ, ਅਸੀਂ ਰਿਸਪੈਕਟ ਕਰਦੇ ਹਾਂ ਦੂਜੇ ਲੋਕਾਂ ਦੀ, ਪਰ ਅਸੀਂ ਡਰਦੇ ਨਹੀਂ ਹਾਂ। ਸਾਨੂੰ ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਪ੍ਰਭੂ ਨੇ ਸਾਨੂੰ ਡਰ ਦਾ ਆਤਮਾ ਨਹੀਂ ਦਿੱਤਾ ਬਲਕਿ ਸੱਚ ਦਾ ਆਤਮਾ ਦਿੱਤਾ ਹੈ। ਇਸ ਕਰਕੇ ਸੱਚ ਦੇ ਆਤਮਾ ਵਿੱਚ ਸਾਨੂੰ ਚੱਲਣਾ ਚਾਹੀਦਾ ਹੈ। ਤੇ ਸੱਚ ਦੇ ਆਤਮਾ 'ਚ ਅਸੀਂ ਉਦੋਂ ਹੀ ਚੱਲਦੇ ਹਾਂ ਜਦੋਂ ਸੱਚ ਦੇ ਆਤਮਾ ਦੇ ਵਚਨ ਨੂੰ ਅਸੀਂ ਆਪਣੀ ਜ਼ਿੰਦਗੀ 'ਚ ਲੈ ਕੇ ਆਉਂਦੇ ਹਾਂ। ਜੇ ਅਸੀਂ ਕਹਿੰਦੇ ਹਾਂ ਕਿ ਅਸੀਂ ਪਵਿੱਤਰ ਆਤਮਾ ਨੂੰ ਜਾਣਦੇ ਹਾਂ, ਪਰ ਜੇ ਅਸੀਂ ਵਚਨ ਨੂੰ ਪੜ੍ਹੀਏ ਨਾ ਜਾਂ ਵਚਨ ਨੂੰ ਆਪਣੀ ਜ਼ਿੰਦਗੀ 'ਚ ਨਾ ਲੈ ਕੇ ਆਏ ਤੇ ਫਿਰ ਪਵਿੱਤਰ ਆਤਮਾ ਸਾਡੀ ਜ਼ਿੰਦਗੀ 'ਚ ਕਿਵੇਂ ਕੰਮ ਕਰ ਸਕਦਾ ਹੈ? ਜੇ ਤੁਸੀਂ ਕਹਿੰਦੇ ਹੋ ਪ੍ਰਭੂ ਤੁਹਾਡੀ ਜ਼ਿੰਦਗੀਆਂ 'ਚ ਹਾਂ, ਫਿਰ ਪ੍ਰਭੂ ਦਾ ਵਚਨ ਵੀ ਤੁਹਾਡੀ ਜ਼ਿੰਦਗੀ 'ਚ ਹੋਣਾ ਚਾਹੀਦਾ ਹੈ। ਤੇ ਪ੍ਰਭੂ ਦੇ ਵਚਨ ਕੀ ਕਹਿੰਦੇ ਹਨ ਸਾਨੂੰ ਉਹਨਾਂ 'ਤੇ ਵੀ ਚੱਲਣ ਦੀ ਲੋੜ ਹੁੰਦੀ ਹੈ। ਇਸ ਕਰਕੇ ਪ੍ਰਭੂ ਦੇ ਵਚਨ ਨੂੰ ਜਾਣੋ, ਪ੍ਰਭੂ ਨੂੰ ਜਾਣੋ। ਤੇ ਪ੍ਰਭੂ ਨੂੰ ਅਸੀਂ ਉਦੋਂ ਹੀ ਜਾਣਦੇ ਹਾਂ ਜਦੋਂ ਪ੍ਰਭੂ ਦੇ ਵਚਨ ਨੂੰ ਸਮਝ ਲਿਆ ਤੇ ਪ੍ਰਭੂ ਦੇ ਸੱਚ ਨੂੰ ਜਾਣ ਲਿਆ। ਇਸ ਕਰਕੇ ਪ੍ਰਭੂ ਕਹਿੰਦਾ ਹੈ ਕਿ ਸੱਚ ਨੂੰ ਜਾਣੋ
ਤੇ ਸੱਚ ਤੁਹਾਨੂੰ ਕੀ ਆਜ਼ਾਦ ਕਰ ਦਿੰਦਾ ਹੈ। ਜੇ ਅੱਜ ਅਸੀਂ ਪਾਪ 'ਚ ਫਸ ਗਏ ਹਾਂ, ਪ੍ਰਭੂ ਦੇ ਸੱਚ ਵੱਲ ਜਾਵਾਂਗੇ, ਜਦੋਂ ਪ੍ਰਭੂ ਦੇ ਸੱਚ ਨੂੰ ਅਪਣਾਵਾਂਗੇ, ਪ੍ਰਭੂ ਦਾ ਸੱਚ ਸਾਨੂੰ ਆਜ਼ਾਦ ਕਰ ਦੇਊਗਾ ਬੰਧਨਾਂ ਤੋਂ। ਪਾਪਾਂ ਦਾ ਜੋ ਇੱਕ ਗਲਤ ਸਾਡੀ ਜ਼ਿੰਦਗੀ 'ਚ ਕੰਮ ਹੁੰਦਾ ਹੈ, ਉਹਦੇ 'ਚੋਂ ਅਸੀਂ ਆਜ਼ਾਦ ਹੋ ਜਾਵਾਂਗੇ। ਲੋਕੀ ਅੱਜ ਪਾਪ 'ਚ ਫਸੇ ਹਨ। ਲੋਕੀ ਸੋਚਦੇ ਹਨ, ਕਈ ਲੋਕੀ ਚਾਹੁੰਦੇ ਹਨ ਕਿ ਮੈਨੂੰ ਮੁਕਤੀ ਮਿਲੇ, ਮੈਨੂੰ ਸ਼ਾਂਤੀ ਮਿਲੇ, ਪਰ ਉਹਨਾਂ ਕੋਲ ਸ਼ਾਂਤੀ ਨਹੀਂ ਹੈ। ਜੇ ਤੁਸੀਂ ਪ੍ਰਭੂ ਦੇ ਸੱਚ ਕੋਲ ਆਓਗੇ, ਪ੍ਰਭੂ ਦੇ ਸੱਚ ਨੂੰ ਸੁਣੋਗੇ, ਪ੍ਰਭੂ ਦੇ ਸੱਚ ਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਆਓਗੇ, ਤੁਹਾਨੂੰ ਆਜ਼ਾਦੀ ਮਿਲੂਗੀ। ਪ੍ਰਭੂ ਦਾ ਵਚਨ ਆਜ਼ਾਦ ਕਰਦਾ ਹੈ, ਪ੍ਰਭੂ ਦਾ ਆਤਮਾ ਆਜ਼ਾਦੀ ਦਿੰਦਾ ਹੈ। ਉਹ ਚਾਹੁੰਦਾ ਹੈ ਕਿ ਬੰਧਨ ਟੁੱਟ ਜਾਣ। ਉਹ ਚਾਹੁੰਦਾ ਹੈ ਕਿ ਸਾਡੇ ਜੋ ਗਲਤ ਕੰਮ ਹਨ, ਅਸੀਂ ਉਹਨਾਂ ਨੂੰ ਪਿੱਛੇ ਛੱਡ ਕੇ ਪ੍ਰਭੂ ਦੇ ਚੰਗੇ ਕੰਮਾਂ ਨੂੰ ਅਪਣਾ ਲਈਏ, ਅਤੇ ਚੰਗੇ ਕੰਮਾਂ ਦੇ ਜ਼ਰੀਏ ਸਾਨੂੰ ਸ਼ਾਂਤੀ ਮਿਲੂਗੀ। ਮੈਂ ਚਾਹੁੰਦਾ ਹਾਂ ਕਿ ਤੁਸੀਂ ਪ੍ਰਭੂ ਦੇ ਸੱਚ ਨੂੰ ਜਾਣੋ ਅੱਜ। ਜੇ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਜਾਣਦੇ, ਉਸ ਦੀ ਮੁਕਤੀ ਨੂੰ ਨਹੀਂ ਪ੍ਰਾਪਤ ਕੀਤਾ, ਪ੍ਰਭੂ ਕਹਿੰਦਾ ਹੈ ਕਿ ਮੇਰੇ ਵੱਲ ਮੁੜੋ, ਮੇਰੇ ਸੱਚ ਨੂੰ ਜਾਣੋ, ਅਤੇ ਸੱਚ ਤੁਹਾਨੂੰ ਆਜ਼ਾਦ ਕਰ ਦੇਵੇਗਾ। ਆਪਣੇ ਪਾਪਾਂ ਤੋਂ ਤੌਬਾ ਕਰੋ, ਪ੍ਰਭੂ ਵੱਲ ਮੁੜੋ, ਤਾਂ ਕਿ ਉਹ ਤੁਹਾਨੂੰ ਇੱਕ ਸਦੀਵਕ ਜੀਵਨ ਦੇ ਸਕੇ। ਅਤੇ ਪ੍ਰਭੂ ਕਹਿੰਦਾ ਹੈ ਆਪਣੇ ਲੋਕਾਂ ਨੂੰ, ਸੱਚ ਵਿੱਚ ਅਟਲ ਰਹੋ। ਚਾਹੇ ਗਰੀਬੀ ਆਵੇ, ਚਾਹੇ ਡਿਫੀਕਲਟੀ ਆਵੇ, ਚਾਹੇ ਦੁੱਖ ਤਕਲੀਫ ਆਉਣ, ਚਾਹੇ ਲੋਕ ਤੁਹਾਨੂੰ ਨਫ਼ਰਤ ਕਰਨ, ਪਰ ਪ੍ਰਭੂ ਦੇ ਸੱਚ ਉੱਤੇ ਬਣੇ ਰਹੋ, ਕਿਉਂਕਿ ਤੁਹਾਡਾ ਇਨਾਮ ਬਹੁਤ ਵੱਡਾ ਹੈ ਜੋ ਕਿ ਸਵਰਗ ਵਿੱਚ ਤੁਹਾਨੂੰ ਮਿਲਣ ਵਾਲਾ ਹੈ। ਇਸ ਕਰਕੇ ਪ੍ਰਭੂ ਦੇ ਵਿੱਚ ਜੁੜੇ ਰਹੋ, ਅਤੇ ਇੱਕ ਚੰਗੇ ਸਿਪਾਹੀ ਵਾਂਗੂ ਆਪਣੀ ਕਮਰ ਨੂੰ ਇੱਕ ਆਪਣੀ ਬੈਲਟ ਨਾਲ, ਪੇਟੀ ਨਾਲ ਕੱਸ ਲਵੋ। ਖੁਦਾਵੰਦ ਤੁਹਾਨੂੰ ਅੱਜ ਦੇ ਵਚਨ ਤੋਂ ਬਹੁਤ ਵੱਡੀ ਬਰਕਤ ਦੇਵੇ। ਆਮੀਨ।